ਸਤਿ ਸ਼੍ਰੀ ਅਕਾਲ, ਨਮਸਕਾਰ, ਆਦਾਬ ਦਰਸ਼ਕੋ। ਮੈਂ ਤੁਹਾਡਾ ਗੁਰਲਾਲ ਹਾਜ਼ਰ ਪ੍ਰੋਗਰਾਮ ਓਪਨ ਪਲੇਟਫਾਰਮ ਲੈ ਕੇ ਜਸ ਪੰਜਾਬੀ ਦੇ ਮੰਚ ਤੋਂ। ਦਰਸ਼ਕੋ, ਬਹੁਤ ਕੁਝ ਨਵਾਂ ਵਾਪਰ ਗਿਆ। ਜਿੱਦਾਂ ਆਪਾਂ ਗੱਲ ਕਰਦੇ ਹੁੰਦੇ ਹਾਂ ਕਿ ਨਵੀਆਂ ਖਬਰਾਂ ਤਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ, ਪਰ ਕਈ ਇਸ਼ੂਜ਼ ਹੁੰਦੇ ਜਿਹੜੇ ਬਹੁਤ ਧਿਆਨ ਮੰਗਦੇ। ਆਪਾਂ ਗੱਲ ਕਰਦੇ ਹਾਂ ਕਿ ਅੱਜ ਪੰਜਾਬ ਨੂੰ ਨਵੇਂ DGP ਮਿਲ ਗਏ ਆ। ਬੀਤੇ ਕੱਲ ਗੌਰਵ ਯਾਦਵ ਇੱਕ ਚੰਗੇ ਆਫਿਸਰ ਨੇ, ਇਮਾਨਦਾਰ ਨੇ, ਹਾਰਡ ਵਰਕਿੰਗ ਨੇ, ਨਥਿੰਗ ਅਗੇਂਸਟ ਨੋਬਡੀ। ਫਿਰ ਉਸ ਤੋਂ ਬਾਅਦ ਜੇ ਆਪਾਂ ਗੱਲ ਕਰੀਏ ਸਟਾਫ ਦੇ ਵਿੱਚ ਹੋਰ ਚੀਜ਼ਾਂ ਵੀ ਚੇਂਜ ਹੁੰਦੀਆਂ ਰਹਿੰਦੀਆਂ, ਤੇ ਨਾਲ ਆਪਾਂ ਜੇ ਗੱਲ ਕਰੀਏ ਤਾਂ 5 ਨਵੇਂ ਮੰਤਰੀ ਵੀ ਮਿਲਣੇ। ਪਰ ਦਰਸ਼ਕੋ, ਇੱਕ ਆਪਾਂ ਨੂੰ ਗੱਲ ਅਸੀਂ ਚਾਹੁੰਦੇ ਕਿ ਸਾਡੀ ਮਾਣਮੱਤੀ ਜਿਹੜੀ ਪੰਜਾਬੀ ਮਾਂ ਬੋਲੀ ਆ ਉਹ, ਤੇ ਪੰਜਾਬੀਅਤ ਦੀ ਜਿਹੜੀ ਸੇਵਾ ਕਰਨ ਵਾਲੇ ਜਿਹੜੇ ਬੱਚੇ ਉੱਥੇ ਨਵੇਂ ਟ੍ਰੇਨਡ ਹੋ ਰਹੇ ਆ ਪੜ੍ਹ ਲਿਖ ਕੇ, ਉਹ ਕਿੱਧਰ ਨੂੰ ਜਾਣਗੇ। ਫਿਰ ਆਪਾਂ ਕਿਤੇ ਨਾ ਕਿਤੇ ਉਹ ਜਿਹੜਾ ਪਾਸਾ ਪੰਜਾਬ ਤੇ ਪੰਜਾਬੀਅਤ ਨੂੰ ਬਚਾਉਣ ਵਾਲਾ ਲੂਜ਼ ਕਰ ਰਹੇ ਹਾਂ। ਸਾਰੇ ਸਤਿਕਾਰਯੋਗ ਨੇ, ਮਾਣਯੋਗ ਨੇ ਸਾਡੇ ਲਈ ਉਹ, ਪਰ ਦੇਖਣ ਵਾਲੀ ਗੱਲ ਇਹ ਹੋਊਗੀ ਕਿ ਆਪਾਂ ਕਿਤੇ ਤਾਂ ਕੋਈ ਟਾਈਮ ਹੁੰਦਾ ਸੀ ਦਿੱਲੀ ਪੁਲਿਸ ਦੇ ਵਿੱਚ ਵੀ ਆਪਣੇ ਬੰਦੇ ਬਹੁਤ ਹੁੰਦੇ ਸੀ, ਜਾਂ ਹੋਰ ਸਟੇਟਾਂ ਦੇ ਵਿੱਚ ਵੀ। ਪਰ ਜੇ ਆਪਾਂ ਅੱਜ ਗੱਲ ਕਰੀਏ ਤਾਂ ਆਪਾਂ ਅੱਜ ਪੰਜਾਬ ਪੁਲਿਸ ਜਾਂ ਹੋਰ ਡਿਪਾਰਟਮੈਂਟ 'ਚ IAS ਆਫਿਸਰਸ ਹਨ, ਉਹਦੇ ਵਿੱਚ ਗਿਣਤੀ ਬਹੁਤ ਘੱਟ ਰਹੀ ਹੈ। ਬੜਾ ਚਿੰਤਾ ਦਾ ਵਿਸ਼ਾ ਹੈ। ਗੱਲਾਂ ਹੋਰ ਵੀ ਬਹੁਤ ਨੇ, ਜਿੱਦਾਂ ਕਿ ਸੰਗਰੂਰ ਦੇ ਵਿੱਚ ਸਰਦਾਰ ਸਿਮਰਨਜੀਤ ਸਿੰਘ ਮਾਨ ਦਾ ਜਿੱਤ ਜਾਣਾ, ਉਹਦੇ ਉੱਤੇ ਬਹੁਤ ਸਾਰੀਆਂ ਟਿੱਪਣੀਆਂ ਆਈਆਂ ਸੀ ਦਰਸ਼ਕੋ ਕਿ ਉਹਦੇ ਉੱਤੇ ਚਰਚਾ ਕੀਤੀ ਜਾਵੇ, ਕਿਉਂਕਿ ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਕਰਦੇ ਹਾਂ ਆਪਾਂ ਜਦੋਂ, ਉਸ ਵੇਲੇ ਪਾਵਰ ਦੀ ਗੱਲ ਹੁੰਦੀ ਹੈ ਕਿ MP ਕੀ ਕਰ ਸਕਦਾ ਹੈ। ਇੱਕ ਸਿਰਫ ਚਿੱਠੀ ਲਿਖ ਸਕਦਾ ਜਾਂ ਉਦੋਂ ਬਾਅਦ ਹੋਰ ਵੀ ਕੁਝ ਕਰ ਸਕਦਾ। ਪਰ ਸਭ ਤੋਂ ਪਹਿਲਾਂ ਗੱਲ ਆਪਾਂ ਪੰਜਾਬੀਅਤ ਨੂੰ ਬਚਾਉਣ ਵਾਲੀ ਗੱਲ ਕਰਦੇ ਹਾਂ। ਜਿਹੜੇ ਆਫਿਸਰ ਨਵੇਂ ਭਰਤੀ ਹੋ ਰਹੇ ਹੈ, ਜਾਂ ਚਾਹੇ ਕਾਂਸਟੇਬਲ ਨੇ, ਚਾਹੇ ਉਸ ਤੋਂ ਉੱਪਰ ਨੇ, SHO ਨੇ, ਕੋਈ ਵੀ ਹੈ, ਪਰ ਆਪਾਂ ਨੂੰ ਪੰਜਾਬ ਸਟੇਟ ਦੇ ਵਿੱਚ ਆਪਣੇ ਮਾਣਮੱਤੇ ਪੰਜਾਬੀ ਫੋਰਸ ਦੇ ਵਿੱਚ ਚਾਹੀਦੇ ਆ। ਕਿਉਂ ਘਟ ਰਿਹਾ, ਕੀ ਪਹਿਲਾਂ ਪਿਛੋਕੜ ਕੀ ਹੈ, ਹੁਣ ਕਿਉਂ ਘਟ ਰਿਹਾ, ਇਹ ਸਾਰੀਆਂ ਗੱਲਾਂ ਤੇ ਝਾਤਮਾਨ ਨੂੰ ਪੂਰਵ ਰਾਜ ਸਭਾ ਮੈਂਬਰ, ਸੈਂਟਰਲ ਦੇ ਕੈਬਨਿਟ ਮਿਨਿਸਟਰ ਸਾਡੇ ਬੜੇ ਮਾਣਯੋਗ ਸਰਦਾਰ ਬਲਵੰਤ ਸਿੰਘ ਰਾਮੂਵਾਲੀਆ ਸਾਡੇ ਨਾਲ ਬਣੇ ਹੋਏ ਨੇ। ਰਾਮੂਵਾਲੀਆ ਸਾਹਿਬ, ਬਹੁਤ ਬਹੁਤ ਸਵਾਗਤ ਜੀ ਤੁਹਾਡਾ ਸਾਡੇ ਜਸ ਪੰਜਾਬੀ ਦੇ ਮੰਚ ਤੇ। ਸਤਿ ਸ੍ਰੀ ਅਕਾਲ ਜੀ। ਜਸ ਪੰਜਾਬੀ ਦੇ ਸਾਰੇ ਦਰਸ਼ਕਾਂ ਨੂੰ, ਸਰੋਤਿਆਂ ਨੂੰ, ਭੈਣਾਂ, ਵੀਰਾਂ, ਮਾਤਾ ਜੀ, ਸਾਰਿਆਂ ਨੂੰ ਬਹੁਤ ਬਹੁਤ ਸਤਿਕਾਰ ਨਾਲ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਫਤਿਹ ਜੀ, ਫਤਿਹ। ਰਾਮੂਵਾਲੀਆ ਸਾਹਿਬ, ਸਰ ਨਵੇਂ DGP ਤਾਂ ਮਿਲ ਗਏ, ਹੋ ਸਕਦਾ ਕਾਰਜਕਾਰੀ ਹੋਣ, ਆਪਾਂ ਉਹਨਾਂ ਨਾਲ ਨਹੀਂ ਜਾਂਦੇਗੇ। ਵਕਤ ਦੇ ਨਾਲ ਹਰ ਚੀਜ਼ ਚੇਂਜ ਹੁੰਦੀ ਰਹਿੰਦੀ ਹੈ, ਪਰ ਆਪਾਂ ਗੱਲ ਝਾਤ ਮਾਰੀਏ ਜੇ ਆਪਾਂ ਪੰਜਾਬ, ਜਦੋਂ ਤੁਸੀਂ ਸੈਂਟਰਲ ਦੇ ਵਿੱਚ ਮਿਨਿਸਟਰ ਸੀਗੇ ਵਾਜਪੇਈ ਸਾਹਿਬ ਦੇ ਟਾਈਮ, ਨਹੀਂ ਸ਼ਾਇਦ ਉਸ ਤੋਂ ਬਾਅਦ ਸੀਗੇ, ਜਦੋਂ ਮੈਨੂੰ ਯਾਦ ਹੈ ਤੁਸੀਂ ਦੇਵਗੌੜਾ ਦੇ ਟਾਈਮ ਸੀਗੇ। ਹਾਂਜੀ, ਮੈਂ ਢੀਂਡਸਾ ਸਾਹਿਬ ਨਾਲ ਮਿਕਸ ਹੋ ਗਿਆ ਕਿਤੇ ਨਾ ਕਿਤੇ। ਉਸ ਟਾਈਮ ਤੁਸੀਂ ਦਿੱਲੀ ਪੁਲਿਸ ਤੇ ਹੋਰ ਮੈਨੂੰ ਯਾਦ ਆ ਰਾਜਸਥਾਨ ਪੁਲਿਸ ਦੇ ਵਿੱਚ ਵੀ ਆਪਣੇ ਪੰਜਾਬੀ ਮੁੰਡੇ ਭਰਤੀ ਕਰਵਾਏ ਸੀਗੇ। ਹੁਣ ਇਸ ਟਾਈਮ ਆਪਾਂ ਨੂੰ ਕੀ ਖਦਸ਼ਾ, ਕੀ ਆਪਾਂ ਨੂੰ ਲੋਕ ਖਦਸ਼ਾ ਜ਼ਾਹਰ ਕਰ ਰਹੇ ਕਿ ਕੀ ਕਮੀ ਰਹਿ ਗਈ, ਸਾਡੇ ਬੱਚੀਆਂ ਪੜ੍ਹ ਨਹੀਂ ਰਹੇ ਜਾਂ ਉਸ ਕਾਬਿਲ ਨਹੀਂ ਰਹੇ ਕਿ ਪੰਜਾਬ ਮਾਣਮੱਤੀ ਪੰਜਾਬ ਪੁਲਿਸ ਦੇ ਵਿੱਚ ਵੀ ਗਿਣਤੀ ਘਟ ਰਹੀ ਹੈ। ਕੀ ਕਹਿਣਾ ਚਾਹੋਗੇ ਸਰ? ਦੇਖੋ ਗੁਰਲਾਲ ਜੀ, ਮੈਂ ਇੱਕ ਸ਼ਬਦ 'ਚ ਬਕਾਉਣਾ ਹੈ। ਮੈਂ ਇਸੇ ਕਰਕੇ ਇੱਕ ਡਾਇਰੀ ਕੱਢ ਕੇ ਲਿਖ ਕੇ ਲਿਆ ਕਿ ਟਾਈਮ ਬਚ ਜੇ, ਗੱਲ ਵੱਧ ਜਾਂਦੀ ਜੇ ਨਾ ਲਿਖੀ ਹੋਵੇ। ਮੈਂ ਬੜੀ ਬੇਨਤੀ ਕਰਦਾ, ਪੰਜਾਬੀਆਂ ਦੀ, ਸਿੱਖਾਂ ਦੀ ਫਸਲ ਠੀਕ ਸੀ, ਫਸਲ ਸੀਗੀ, ਹੁਣ ਵੀ ਕਾਫੀ ਠੀਕ ਹੈ, ਲੇਕਿਨ ਜੇ ਸਭ ਤੋਂ ਬੇਈਮਾਨ ਹੈ ਉਹ ਹੈ ਰਾਖੇ। ਇੱਕ ਵੀ ਲੀਡਰ ਨਹੀਂ ਜਿਹਨੂੰ ਮੈਂ ਕਹਿ ਸਕਾਂ ਕਿ ਉਹਨੂੰ 24 ਘੰਟੇ ਪੰਜਾਬ ਦਾ ਫਿਕਰ ਹੈ। ਇੱਕ ਵੀ ਲੀਡਰ ਨਹੀਂ ਜਿਹਨੂੰ ਮੈਂ ਕਹਿ ਸਕਾਂ ਕਿ ਉਹਦੇ ਅੰਦਰ ਪੰਜਾਬ ਦੀ ਵਿਉਂਤ ਹੈ। ਇੱਕ ਵੀ ਲੀਡਰ ਨਹੀਂ ਜਿਹੜਾ ਮੈਂ ਕਹਿ ਸਕਾਂ ਵੀ ਉਹ ਕਹਿੰਦਾ ਵੀ ਮੈਂ ਚਾਹੇ ਟੁੱਟੀ ਜੁੱਤੀ ਪਾ ਕੇ ਤੁਰਿਆ ਫਿਰਾਂ। ਉਹ ਹਟ ਗਿਆ, ਦਰਸ਼ਕੋ ਲੱਗਦਾ ਸਾਡਾ ਜਿਹੜਾ ਬਹੁਤ ਛੇਤੀ ਉਹਨਾਂ ਨੂੰ ਤੁਹਾਡੇ ਰੂਪ ਕਰਦੇ ਜੀ। ਰਾਮੂਵਾਲੀਆ ਸਾਹਿਬ ਜੀ, ਹੁਣ ਆ ਗਏ ਦੁਬਾਰਾ ਨਾ? ਹਾਂਜੀ, ਆ ਗਏ ਜੀ, ਆ ਗਏ। ਹਾਂ, ਤਾਂ ਮੈਂ ਜਿਹੜੀ ਗੱਲ ਕਹਿੰਦਾ ਹੈ ਕਿ ਕੋਈ ਬੇਈਮਾਨ ਤੇ ਸਰਕਾਰ ਤਾਂ ਕਿਹੜੇ ਤੇ ਖਾਸ ਤੌਰ ਤੇ ਸਿੱਖਾਂ ਦੀ ਜਿਹੜੀ ਹੈ, ਮੈਂ ਬਹੁਤ ਨੇੜੇ ਹੋ ਕੇ ਵੇਖਿਆ, ਫਿਰ ਮੈਂ ਛੱਡ ਗਿਆ। ਮੈਂ ਕਿਸੇ ਪਾਰਟੀ 'ਚ ਨਹੀਂ ਗਿਆ, ਐਵੇਂ ਜਿਹੜਾ ਚੁੱਪ ਕਰਦਾ ਬੋਤੇ ਨੂੰ ਮੂੰਹ ਚੱਕ ਕੇ ਕਹਿੰਦੇ ਜੀ ਤੁਸੀਂ ਬਾਹਰ ਕਿਉਂ ਚਲੇ ਗਏ, ਤੇ ਜੇ ਮੈਂ ਕਹਿੰਦਾ ਤੁਸੀਂ ਕੈਨੇਡਾ ਅਮਰੀਕਾ ਕਿਉਂ ਚਲੇ ਗਏ। ਮੈਂ ਨਹੀਂ ਕਹਿੰਦਾ, ਮੈਂ ਇੱਕ ਬੇਨਤੀ ਕਰਦਾ, ਮੈਂ ਕਿਸੇ ਪਾਰਟੀ 'ਚ ਅੱਜ ਤੱਕ ਮੈਂ ਅਕਾਲੀ ਸੀ,
अकाली दल छड़ गया, ना मैं कांग्रेस च गया एक घंटा भी, ना मैं CPM च, ना CPI च, ते ना मैं BJP च, ते मैं UP च मिनिस्टर बनया। मैं उत्थे समाजवादियों का जिहड़ा सीगा स्टैंडिंग मैंबर तां बनया, क्यों पार्टी की मैंबरशिप मैं नहीं लई, क्योंकि मैं आपदा एक वकार रखदा। हुण मैं गल करदा बेड़ा कित्थों बैठा है जी, बेड़ा ये बैठा है कि मैनूं दस दो बादल साहब नूं पुछिए कि तुसीं राजस्थान चों 80 बंदे जिन्हां दे मोढे ते 2 स्टार लगे आ वो भर्ती करके लिआए 80। अज तो 10 सालां नूं वो 80 दे 80 सारे DSP होणगे ते मोगे ते बागे वाले तरनताਰਨ मजीठ अपने सारे गुरदासपुर च अंमृतसर सारे DSP लगे होंगे ते अपने वाले सलूट मारनगे। ये क्यों लियाते जी 80 बंदे भर्ती करके, और 72 बंदे हिमाचल प्रदेश चो पोस्ट भर्ती कर ले। तुसी क्यों करो? सारे पंजाब के रेस्ट हाउस में जाके ठहरता, मैं तो कोई होटल ठहरता नहीं, मैं तो गरीब आदमी है, मैं रेस्ट हाउस में ठहरता है। जे उत्थे 14 बंदे काम करते हैं, एक चपरासी या कुटिया या सिख होगा, 13 सारे बाहरले सूबे के, वो किवें उत्थे आ गए? मैं बेनती करदा छड़ दिओ गल, मैं बादल नाल गल की जी। लगदा साडा राबता फिर रामूवाली साहब नाल कट्टिया गया सी जी। नहीं पर्चा नहीं पावांगे, और पर्चा पा दे गड्ढे कदों लगते हैं, नरमे नूं फल कदों आउंदा, कदों मिर्चां कदों तोड़ी दी है, ते सुहागा की देना किहनूं कहंदे आ? ਇਹਦਾ ਕੀ मतलब? मैं कि शहरियों को आना नहीं, अपने वाले सिलेक्ट हो जाएंगे। कहता नहीं जी मैं अज ताई एक भी लीडर नहीं देखा जिहदे दिमाग में दिल में सिक्खी दे ते पंजाब दे इतिहास का गौरव है, जिहड़ा गौरव पार रखना चाहुंदा है। इत्थों सारा बेड़ा बैठा है। मैनूं दस दो गुरु गोबिंद सिंह 4 पुत्र कुर्बान कर देण ते बादल साहब तू एक पुत लई 4500 बस पावे, ये किथे लिखिया सी? उन्होंने बसां दे टायरां थल्ले सारा कुछ ही आ गया, विचे लीडरी आ गई, विचे टॉप चली गई, विचे अकाली दल चला गया। चलो मैं लंबी गल नहीं करदा, मैं बेनती करदा, मैं 514 मुंडे भर्ती कराए। क्या आ मैं पिंड खड़ा करदा गुरलाल जी, मैनूं तुसीं वड्डी तो वड्डी सजा पाउण च दे दिओ कि मैथों किसी ने 4 मुंडे भी भर्ती कराए दिल्ली की पुलिस, मैं कराए। क्यों कराए? मैं सलूट लिया, 3600 मुंडा लग्या ते पग वाला एक भी ना सलूट मैं ले रहा सी। मैं किधर का मंत्री सी, जाना सी देवपुर ने भेजता मैनू। मैं जो चाह जी प्यो लग्या पीओ जी आ बिस्कुट खाओ, मैं कहा जाओ मेरे पानी नहीं लंघदा। तुसीं कहो कहते क्यों? मैं कहा सी ओनू DCP नूं किया, मैं कहा कमिश्नर पुलिस नूं, मैं कहा दस दे मैनू अपना की गल पग वाला क्यों नहीं 3600 च? नहीं सर मैं चले, मैं सीधा किसी सुरजीत को गया, ਉਹਦੀ ਦੇਵਪੁਰ ਦੇ घर ਵਿੱਚ पूरी चलती, चलो मैं नाल ले गया पग की, मैं आपे वो पग मैं मावे की बंधे मैं आपे ऐ करके चलो मैं ले गया। तो सुरजीत ने कहा भी रामू वाली है अपसेट, वो कहता क्यों अपसेट है? मैं कहा बिकॉज द रिक्रूटमेंट ऑफ द सिख पीपल, सिख बॉय इन द नेग्लिजिबल, नेल, जीरो। अच्छा कहता 6-7 मिनट आवे कमिश्नर, वो 5 मिनट आ गया, उन्होंने ट्रैफिक ने रोकना सी, सलूट जब मारिया कहना कर लगा। मैं क्या कमिश्नर साहब मैं बुद्धू नहीं, 3600 एक भी सिख नहीं। मैं कहना मैनू कम्यूनल रखता नहीं, मैं कहते मैं फरका प्रस्त, मैं सिखा की गल की। 3600 का 3600 सारा ही नॉन सिख भर्ती करदा, मैं फिर 4 टीमां लियांदियां, एक फलौर सरजीत के पिंड कोले, एक मोगे मेरे पिंड कोले, एक पटियाले वड्डा शहर है, एक श्री अमृतसर साहब सिखा की राजधानी है। मैं उत्तर 814 मुंडे भर्ती कराए। क्या सरदार हरलाल रामू वाली बिना जे किसी ने एक भी कराया? अब मैं 2 पैन चक के कहना मैनू जेहड़ी सजा देनी दे दो। एक जो किसी के दिमाग च ना करते
ये तो 80 मुंडे राजस्थान तो लैके भर्ती करते आपके पंजाब च भर्ती हो जाते। अगली मैं गल कहना जेडे अफसर आए एक सैनिक डीजीपी आया, एक बीबी लोहारा रजिंदर कौर लोहारा गिल एमपी हुई है, ਉਹਦੇ ਭਰਾ ਨੇ ਕਿਤੇ ਕਹਿੰਦਾ ਸੈਣੀ ਨੂੰ ਐਸਐਸਪੀ ਸੀ ਵੀ ਮੈਨੂੰ ਤੂੰ ਗਾਲਾਂ ਨਾ ਕੱਢ। ਉਹਦਾ ਪ੍ਰੋਫੈਸਰ ਦਵਿੰਦਰ ਸਿੰਘ 2 ਐਮਐਸਸੀ 2 ਪਾਸ ਸੀ ਕੈਮਿਸਟਰੀ ਤੇ ਫਿਜ਼ਿਕਸ। ਉਹ ਕਹਿੰਦੇ ਗਾਲਾਂ ਨਾ ਕੱਢ, ਪ੍ਰੋਫੈਸਰ ਖੜਿਆ ਹੋਇਆ ਲੁਧਿਆਣੇ। ਇਹ ਕਹਿੰਦਾ ਬੰਦ ਕਰ ਦੇਣਾ, ਇਹਨੇ ਚੜ ਕੇ ਪਿਸਤੌਲ ਮਾਰਿਆ, ਮਾਰਤਾ ਚੱਕ ਕੇ। ਸੁਖਬੀਰ ਨੇ ਜਦੋਂ ਸੌ ਖਾਧੀ 1912 ਚ ਪਹਿਲਾ ਆਰਡਰ ਜਾ ਕੇ ਗੱਡੀ ਤੇ ਚੜ ਕੇ ਡੀਜੀਪੀ ਸੈਣੀ ਨੂੰ ਲਾਉਣ ਦਾ ਕੀਤਾ। फिर उन्हें गुरु ग्रंथ साहब की बेइज्जती की, फिर उन्हें कोटकपूरे बंदे मारे। हम मुकदमे झगड़ता फिरदा, उन्होंने छड्डण दी गल्लां कर। चलो मैं गल करदे अज आपां खत्म हो गए, मैनूं बंदी जानदे हो जेडे अपने धार्मिक प्रचारक है सिक्खी और जीरो है। ऐसी बच्चियां गया मैं होर कोई काम नहीं करदा। मैनूं 3-4 पेंशनां आउंदियां, मैं उहदे नाल रोटी खाई जाना, कोई मैं जायदाद नहीं बनाई कोई। जिन्हें करना पता कर ले। मैं 5 करोड़ एकड़ का मालक सी औकाफ विच वक्फ बोर्ड विच मिनिस्टर सी। मैं बड़े महकमे सी, मेरे को 5 सीट सी, ਉਹਦੇ ਵਿੱਚ ਇੱਕ ਵਕਫ ਬੋਰਡ ਸੀ ਔਕਾਫ ਜੀ। ਮੈਂ ਮੌਲਵੀ ਪੁੱਛਾਂ ਦੇਣ ਲੱਗ ਗਿਆ, ਨਜੂਮ ਕਹਿੰਦੇ ਬਹੁਤ ਮੁਸਲਮਾਨ ਨਜੂਮ। ਮੈਂ ਸਾਰੇ ਚੱਕ ਕੇ ਹਰਿਆਣੇ ਪੰਜਾਬ ਦੇ ਤੇ ਦਿੱਲੀ ਦੇ ਉੱਥੇ ਬਦਲਤੇ, ਚੱਕ ਕੇ ਕੇਰਲਾ ਤੇ ਤਾਮਿਲਨਾਡੂ ਆਏ ਆਏ ਜੇ ਕਰਦੇ ਬਿਸਮਿल्लाह ਰਹਿਮੀਨ। मैं क्या गल सुन लो, तुसी लोग नजूम चलो उसे लैके ज्वाइन करो। नहीं सर बदल दो कैंसल कर दो, मैं नहीं करते अज रखो। और रसीद भी आ गई, कहते जी 5 करोड़ किला जमीन है बंदरगाह के नाल वाली है, 100 किला 1000 किला तुसी ले लो। मैं कहा डंडी पवो जाओ। फिर कहना पेन चक के गुरु हरकृष्ण सिंह महाराज के पजोखड़ा साहब मैं मत्था टेकन जाना माले को आज चको। मैं बेनती करता मैं 5 करोड़ एकड़ चो 5 फुट भी नहीं लई। जी 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 रमूवाली साहब, मैं भावना समझ सकता रमूवालिया साहब। ਆਪਾਂ फिर ਆਪਾਂ करंट सिचुएशन ਤੇ ਆਵਾਂਗੇ, ਪਿਛੋਕੜ ਵੀ ਨਾਲ ਲੈ ਕੇ ਚੱਲਾਂਗੇ। ਮੈਂ ਤੁਹਾਨੂੰ ਮੁਕਾ ਦਿਆਂ ਅੱਜ ਕ੍ਰਿਸਚੀਅਨ ਆਪਦਾ ਪ੍ਰਚਾਰ ਕਰਦੇ ਸਕੂਲਾਂ ਵਿੱਚ। ਆਪਾਂ ਜਾਰੀ ਸਰ ਆਪਾਂ ਜਾਰੀ ਰੱਖਾਂਗੇ। ਆਪਾਂ ਰੁਕਣਾ ਪੈ ਰਿਹਾ, ਇੱਕ ਛੋਟੀ ਜਿਹੀ ਬ੍ਰੇਕ ਲਈ। ਆਪਾਂ ਹਾਂਜੀ ਹਾਂਜੀ ਦੇ ਲੋ दर्शकों अपना बने हुए बहुत ही सीनियर लीडर सरदार बलवंत सिंह रामूवालिया। रुकना पै रहा, छोटी जी ब्रेक लेते बने रहो जस पंजाबी ते। स्वागत जी तुहाडा सारिਆਂ ਦਾ फिर प्रोग्राम ओपन प्लेटफॉर्म जस पंजाबी ਦੇ मंच ਤੋਂ। ਸਾਡੇ ਨਾਲ जुड़े ने मानयोग सरदार बलवंत सिंह रामूवालिया साहब, स्वागत आफ्टर ब्रेक। ਤੁਸੀਂ ਗੱਲ ਕਰ ਰਹੇ ਸੀਗੇ ਵੀ ਤੁਸੀਂ ਇੰਨਾ ਸੈਟਅਪ ਕੀਤਾ ਕਿ ਪੰਜਾਬੀ ਮੁੰਡੇ ਉੱਥੋਂ ਤੋਂ ਉੱਥੇ, ਪਰ ਅੱਜ ਦੇ ਜਿਹੜੇ ਹਾਲਾਤ ਆ ਉਸ ਦੇ ਹਿਸਾਬ ਨਾਲ ਆਪਾਂ ਕੀ ਕਰ ਸਕਦੇ ਪੰਜਾਬੀਅਤ ਨੂੰ ਬਚਾਉਣ ਵਾਸਤੇ, ਖਾਸ ਕਰਕੇ ਜਦੋਂ ਰਿਕਰੂਟਮੈਂਟ। ਮੈਂ ਮਾੜੀ ਜਿਹੀ ਗੱਲ ਦੱਸੇ ਜੀ। ਹਾਂ ਮੈਂ ਮਾੜੀ ਜਿਹੀ ਗੱਲ ਦੱਸਦੇ। ਮੌਂਟਲੀ ਦੇ ਵਿੱਚ ਠੱਗੀ ਵੱਜੀ ਆ ਕੈਨੇਡਾ ਦੇ ਸਕੂਲਾਂ 'ਚ ਬੱਚੇ ਨਾਲ। ਇੱਕ ਬੰਦਾ, ਇੱਕ ਲੀਡਰ, ਇੱਕ ਐਮਐਲਏ, ਇੱਕ ਐਮਪੀ ਬਰਾਬਰ ਨਹੀਂ ਆਇਆ। ਮੈਂ ਲੜਿਆ। ਮੇਰੀ ਗੱਲ ਸੁਣੀ ਚਲੋ, ਕੋਈ ਇੱਥੇ ਪੁੱਛਦਾ ਹੀ ਕੋਈ ਨਹੀਂ। ਤੁਹਾਨੂੰ ਪਤਾ ਉੱਥੇ ਮਾਊਂਟੇਨ ਕਿਹੜੀਆਂ ਠੱਗੀਆਂ ਵੱਜੀਆਂ, ਬਹੁਤ ਵੱਡੀਆਂ। ਹੁਣ ਮੈਂ ਪੁੱਛਦਾ ਵੀ ਸ਼੍ਰੋਮਣੀ ਕਮੇਟੀ ਕੋਲੇ ਚੱਜ ਨਾਲ ਸਰੋਤਿਓ ਸੁਣ ਲਓ ਦਰਸ਼ਕੋ, 32 ਲੱਖ ਮਰਲੇ ਪੈ ਰਹੀ ਹੈ। ਮੈਂ ਏਕੜ ਨਹੀਂ ਕਿਹਾ, ਮਰਲੇ 32 ਲੱਖ ਮਰਲੇ ਪੈ ਰਹੀ ਹੈ। ਇਹਦੇ ਕੋਲੇ ਆਪਣੇ ਕੋਲ ਸ਼੍ਰੋਮਣੀ ਕਮੇਟੀ ਕੋਲੇ। ਮੈਂ ਜਦੋਂ ਅਮਰੀਕਾ ਦੀ ਗੌਰਮੈਂਟ ਦਾ ਇੱਕ ਬਿਆਨ ਨਾਲ ਲਾਇਆ ਮੌਂਟਰੀਅਲ ਦੀ ਸਰਕਾਰ ਨਾਲ ਲੜਨ ਲਈ, ਮੁੰਡਿਆਂ ਦੇ ਪੈਸੇ ਮੋੜ। ਜਿੱਥੇ ਮੈਡੀਕਲ ਸਟੂਡੈਂਟ ਜਦ ਦਾਖਲ ਹੋ ਗਏ ਸੀ 5 ਸਾਲ ਪਹਿਲਾਂ ਅਮਰੀਕਾ 'ਚ, ਅਮਰੀਕਾ ਦੀ ਗੌਰਮੈਂਟ 6 ਅਰਬ ਡਾਲਰ ਮੁਆਵਜ਼ਾ ਮੋੜ ਰਹੀ ਹੈ। ਮੈਂ 6 ਅਰਬ ਕਿਹਾ ਨਾਲ ਡਾਲਰ ਕਿਹਾ, ਤੁਸੀਂ ਪੜ੍ਹਿਆ ਹੋਣਾ। ਹੁਣ ਮੈਂ ਬੇਨਤੀ ਕਰਦਾ 32 ਲੱਖ ਮਰਲੇ ਪੈਰੀ ਸ਼੍ਰੋਮਣੀ ਕਮੇਟੀ ਕੋਲ ਸਰਦਾਰੋ। ਤੇ ਇੱਕ ਵੀ ਮੁੰਡਾ, ਇੱਕ ਯੂਨੀਵਰਸਿਟੀ ਦਾ ਚਾਂਸਲਰ ਅੱਜ ਕੱਲ, ਇਹ ਗੁੱਸਾ ਨਾ ਕਰਨਾ, ਮੈਂ ਕੋਈ ਨਾ ਕੋਈ ਆਪਦਾ ਇੱਜ਼ਤ ਨਾਲ ਬਣਾ ਲੈਣਾ। ਮੈਡੀਕਲ ਯੂਨੀਵਰਸਿਟੀ ਆ ਮਾਤਾ ਗੁਜਰੀ ਦੀ ਬਿਹਾਰ 'ਚ, ਉਹਦੇ ਨਾਮ ਤੇ ਮਾਤਾ ਜੀ ਦੇ ਗੁਰੂ ਗੋਬਿੰਦ ਸਿੰਘ ਦੇ ਪੂਜ ਮਾਤਾ ਜੀ, ਮੈਂ ਉਹਦਾ ਚਾਂਸਲਰ ਹਾਂ। ਉੱਥੇ ਇੱਕ ਅਕੈਡਮੀ ਹੈ ਸਰਦਾਰ ਜੀ, ਜਿਹੜੀ 70 ਮਰਲਿਆਂ 'ਚ ਹੈ, 70 ਮਰਲੇ
ਤੇ ਕਿੰਨੇ ਆਈਐਸ ਬਣਾਉਂਦੀ ਹਰ ਸਾਲ? 45 ਆਈਐਸ। ਲਿਸਟਾਂ ਪੜ੍ਹ ਲਓ ਪੰਜਾਬ ਦੀਆਂ। ਸਿੱਖ ਆਈਐਸ ਹੀ ਇੰਡੀਆ ਵੱਡਾ ਲਾਉਣ, ਪੰਜਾਬੀ ਹੈ ਹੀ ਨਹੀਂ ਵੱਡਾ ਲਾਉਣ ਨੂੰ, ਸਭ ਗੈਰ ਪੰਜਾਬੀ ਹੈ। ਅੱਜ ਸ਼੍ਰੋਮਣੀ ਕਮੇਟੀ 32 ਲੱਖ ਮਰਲੇ ਦੀ ਮਾਲਕ, ਇੱਕ ਵੀ ਆਈਐਸ, ਇੱਕ ਵੀ ਆਈਆਰਐਸ, ਇੱਕ ਵੀ ਆਈਪੀਐਸ ਸ਼੍ਰੋਮਣੀ ਕਮੇਟੀ ਨਹੀਂ ਬਣਾਉਂਦੀ। ਲੇਕਿਨ 70 ਮਰਲੇ ਦੀ ਮਾਲਕ ਇੱਕ ਅਕੈਡਮੀ ਬਿਹਾਰ ਵਿੱਚ ਉਹ 45 ਬੰਦੇ ਹਰ ਸਾਲ ਬਣਾਉਂਦੀ ਹੈ। ਅੱਜ ਮੈਂ ਸੁਣੇ ਦੱਸਦਾ ਕਿਵੇਂ ਪ੍ਰਚਾਰ ਹੁੰਦਾ ਹੈ। ਇਹ ਰੈਕੋਟ ਕੋਲੇ ਮੁੱਲਾਂਪੁਰ ਦੇ ਉਰਲੇ ਪਾਸੇ 32 ਲੱਖ ਤਾਂ ਇੱਥੇ ਹੈ ਨਾ, 900 ਕਿੱਲਾ ਪੈਲੀ ਬੱਸੀਆਂ ਕੋਲੇ ਹੇਰ ਪਿੰਡ ਹੈ, ਹੇਰ। ਉਸ ਪਿੰਡ ਦੀ 900 ਕਿੱਲਾ ਪੈਲੀ ਹੈ। ਔਰ ਕਦੇ ਸਰਦਾਰ ਜੀ ਮੈਟ੍ਰਿਕ ਚ ਵੀ ਕੁੜੀ ਮੁੰਡਾ ਫਸਟ ਨਹੀਂ ਆਏ। 32 ਲੱਖ ਪੈਲੀ ਹੈ। ਸ਼੍ਰੋਮਣੀ ਕਮੇਟੀ ਕੋਲੇ ਆ ਮੋਗੇ ਦਾ ਸਕੂਲ ਹੈ, ਉੱਥੇ ਕੁੱਕੜ ਪਿੱਠਾ ਕਰਦੇ ਆ, ਖਾਲੀ ਪਿਆ। ਹਾਈ ਸਕੂਲ ਹੈ, ਸੈਕੰਡਰੀ ਸਕੂਲ ਤੇਰੇ ਗੱਟ ਕੀਤੇ ਆ ਲੀਡਰਾਂ ਨੇ। ਹੁਣ ਮੈਂ ਤੁਹਾਨੂੰ ਸੁਣਾਉਣਾ, ਬੱਸ ਨਿਕਲੀ ਸਧਾਰਨ ਤੋਂ, ਉਹਦੇ ਵਿੱਚ ਕ੍ਰਿਸਚੀਅਨ ਸਕੂਲ ਹੈ ਤੇ ਸਾਰੇ ਮੁੰਡੇ ਸਿੱਖਾਂ ਨੇ ਤੇ ਬਹੁਤੇ ਆਪਣੇ ਵਾਲੇ, ਸਾਡੇ ਪੋਤੀ ਗਿੱਲ, ਤੁਹਾਡੇ ਪੋਤੀ ਜੱਟ ਜਾਣੀ, ਉਹ ਮੁੰਡੇ ਵਿੱਚ ਬੈਠੇ ਕੁੜੀਆਂ, ਤੇ ਡਰਾਈਵਰ ਨੇ ਜਾਣ ਕੇ ਬੱਸ ਖਰਾਬ ਕਰਤੀ। ਬਾਈ ਧਿਆਨ ਨਾ ਦਿਓ, ਬੱਸ ਖਰਾਬ ਕਰਤੀ। ਕਹਿੰਦਾ ਸਟਾਰਟ ਨਹੀਂ ਹੁੰਦੀ, ਬੱਚੇ ਰੋਣ ਲੱਗੇ, ਦਿਨ ਛਿਪ ਚਲੇ ਤਾਂ ਘਰੇ ਜਾਣਾ। ਕਹਿੰਦਾ ਅੱਛਾ ਜੀਸਸ ਕ੍ਰਾਈਸਟ ਅੱਗੇ ਪ੍ਰੇਅਰ ਕਰੋ, ਐ ਜੀਸਸ ਪਲੀਜ਼ ਮੇਕ ਦਾ ਬੱਸ ਫੰਕਸ਼ਨਲ, ਇਟ ਇਜ਼ ਯੂਅਰ ਕਾਈਂਡਨੈਸ। ਉਹ ਕਰਦਾ ਜਾਣ ਕੇ ਬੰਦ ਕੀਤੀ। ਜਦੋਂ ਸਿੱਖਾਂ ਦੇ ਮੁੰਡਿਆਂ ਨੇ ਤੇ ਕੁੜੀਆਂ ਤੋਂ ਪ੍ਰੇਅਰ ਕਰਾ ਲਈ, 3 ਮਿੰਟ ਮਾਰ ਕੇ ਐਂ ਕਹਿੰਦਾ ਉਹ ਹੋ ਗਈ ਸਟਾਰਟ। ਐ ਪ੍ਰਚਾਰ ਹੋ ਰਿਹਾ ਆਪਣੇ ਪਿੰਡਾਂ 'ਚ। ਇੱਕ ਸਾਈਆਂ ਦਾ ਗੱਲਾਂ ਕਰਦੇ ਨਾ, ਤੇ ਇੱਥੇ ਨਾ ਕੋਈ ਪ੍ਰਚਾਰ ਹੈ। ਕਲਕੱਤੇ, ਮੁੰਬਈ, ਕਰਾਚੀ, ਇੱਕ ਮੈਂ ਤੁਹਾਨੂੰ ਬੇਨਤੀ ਕਰਾਂ, ਮੈਂ ਜਾਤਾਂ ਪਾਤਾਂ ਨਾਲ ਨਹੀਂ, ਰਾਮਗੜੀਆਂ ਦੀ ਇੱਜ਼ਤ ਕਰਿਆ ਕਰੀਏ ਜੀ। ਮੈਂ ਖਾਸ ਤੇ ਕਰਾਚੀ ਗਿਆ, ਮੈਂ ਉੱਥੇ ਵੀ ਸਿੱਖਾਂ ਦੇ ਪੁਰਾਣੇ ਨਾਂ। ਮੈਂ ਕਿਹਾ ਇੰਨੇ ਕਿਉਂ ਹੈ? ਉਹ ਕਹਿੰਦੇ ਜਦੋਂ ਅੰਗਰੇਜ਼ ਆਏ ਉਦੋਂ ਕਰਾਚੀ, ਕਲਕੱਤਾ ਤੇ ਮੁੰਬਈ ਉੱਥੇ ਤੇ ਦਿੱਲੀ ਵਸਾਉਣ ਲਈ ਤਰਖਾਣ ਸਿੰਘਾਂ ਨੂੰ, ਮਾਨਯੋਗ ਰਾਮਗੜੀਏ ਸਿੰਘਾਂ ਨੂੰ, ਪੂਜਨੀਕ ਉਹਨਾਂ ਨੂੰ ਲੈ ਗਏ। ਉਹਨਾਂ ਨੇ ਜਾ ਕੇ ਬਣਾਤਾ। ਜਦੋਂ ਆਪਣੇ ਗਏ ਕਹਿੰਦੇ ਜੱਟੋ ਤੁਸੀਂ ਵੀ ਆ ਜਾਓ, ਆਏ ਆਪਾਂ ਬਾਹਰ ਨਿਕਲੇ। ਹੁਣ ਮੈਂ ਬੇਨਤੀ ਕਰਦੇ, ਸਕਿੱਲ ਬਿਲਕੁਲ ਨਹੀਂ ਹੈ ਨਹੀਂ, ਸਕਿੱਲ ਖਤਮ ਹੋ ਗਈ ਔਰ ਪੰਜਾਬ 'ਚ ਪੰਜਾਬੀ ਭਾਸ਼ਾ ਖਤਮ ਹੈ। ਬਾਦਲ ਤੇ ਸੁਖਬੀਰ 5 ਵਾਰੀ ਮੁੱਖ ਮੰਤਰੀ ਬਣਿਆ। ਬਾਦਲ ਉੱਥੋਂ ਦੇ ਪੰਜਾਬ ਦੇ ਕਾਨਵੈਂਟ ਸਕੂਲਾਂ 'ਚ ਜੇ ਪੰਜਾਬੀ ਪੜ੍ਹੋ ਨਾ ਦਾਖਲ ਹੋਇਆ ਕੱਟ ਦਿੰਦੇ। ਕਿੱਧਰ ਦੀ ਪੰਜਾਬੀ ਖਤਮ ਹੈ। ਮੈਂ ਯੂਪੀ 'ਚ ਸਕਿੱਲ ਡਿਵੈਲਪਮੈਂਟ ਮਿਨਿਸਟਰ ਰਿਹਾ। ਮੈਨੂੰ ਸਰਦਾਰ ਜੀ ਮੈਂ ਢਿੱਡ ਤੋਂ ਮੱਚਦੇ, ਢਿੱਡ ਤੋਂ ਸਵਾਲ ਕਰਦਾ, ਮੈਨੂੰ ਦੱਸ ਦਿਓ ਪੰਜਾਬ ਦਾ ਇੱਕ ਵੀ ਸਕੂਲ ਹੈ, ਖਾਲਸਾ ਸਕੂਲ, ਇੱਕ ਵੀ ਕਾਲਜ ਹੈ ਜਿੱਥੇ ਸਕਿੱਲ ਸਿਖਾਈ ਜਾਂਦੀ ਹੈ ਜੀ, ਹੁਨਰਮੰਦ ਬਣਾਇਆ ਜਾਂਦਾ। ਇਸ ਲਈ ਭੇਡਾਂ ਚਾਲ ਜੋ ਕਿ ਰਹਿ ਗਏ ਔਰ ਲੁੱਟ ਪਈ ਵੀ ਹੈ। ਪੰਜਾਬ 'ਚ 1 ਲੱਖ ਟਰੈਵਲ ਏਜੰਟ ਘੱਟੋ ਘੱਟ 4200 ਕਰੋੜ ਰੁਪਇਆ ਲੁੱਟ ਕੇ ਖਾ ਗਏ। ਆ ਮੈਂ ਫੇਰ ਕਹਿੰਦਾ, ਮੈਨੂੰ ਇੱਕ ਬੰਦੇ ਦਾ ਨਾਮ ਲੈ ਦਿਓ ਕਲੀਨਰ ਦਾ, ਜਿਹੜਾ ਟਰੈਵਲ ਏਜੰਟ ਉਹ ਤੇ ਰਾਮੂ ਵਾਲੀਏ ਬਿਨਾਂ ਲੜਦਾ। ਮੈਂ ਜਿੱਤਰ ਵਿੱਚ ਕਲਕੱਤੇ ਦਾ ਇੱਕ ਟੰਬਰ ਹੈ, ਉਹਦਾ ਨਾਮ ਭੋਲਾ। ਉਹ ਚਾਰੇ ਜੀ ਧੀ ਪੁੱਤ ਪਤਨੀ ਅਮਲਧਾਰੀ ਹੈ। ਇੱਕ ਭੋਪਲੇ ਨਾਂ ਦਾ ਟਰੈਵਲ ਏਜੰਟ ਹੈ ਜਲੰਧਰ ਦਾ, ਉਹ ਪੈਸੇ ਖਾ ਗਿਆ 13 ਲੱਖ। ਉਹ ਖੁਦਕੁਸ਼ੀ ਕਰਨ ਲੱਗੀ ਕੁੜੀ। ਮੈਨੂੰ ਕਲਕੱਤੇ ਗਿਆ ਨੂੰ ਕਹਿੰਦਾ ਗਰੇ ਵਾਲਾ ਨੇ ਵੀ ਯਾਰ ਪੈਸੇ ਬਣਾ ਦੇ। ਮੈਂ 2.5 ਲੱਖ ਬਣਾਤਾ, ਬਾਕੀ ਬਣਾਉਣ ਲੱਗਿਆ ਵੇ। ਜੇ ਮੈਂ 2.5 ਲੱਖ ਨਾ ਬਣਾਉਂਦਾ, ਅਮਲਧਾਰੀ ਧੀ ਨੂੰ 21 ਸਾਲ ਦੀ, 19 ਸਾਲ ਦਾ ਪੁੱਤ ਸਾਰੇ ਖੁਦਕੁਸ਼ੀ ਕਰਦੇ। ਮੈਨੂੰ ਤੇ ਇੱਕ ਗੱਲ ਦਾ ਜਵਾਬ ਦੇ ਦਿਓ ਕਿ ਸਾਰੇ ਕੈਨੇਡਾ ਅਮਰੀਕਾ ਚੋਂ 5 ਬੰਦੇ ਵੀ ਹੈ ਜਿਨ੍ਹਾਂ ਨੇ ਕਿਹਾ ਹੋਵੇ ਟਰੈਵਲ ਜਾਂ ਠੱਗੀਆਂ ਖਾ ਕੇ ਲੜਾਈ ਲੜੋ। ਕਿ ਸ਼੍ਰੋਮਣੀ ਕਮੇਟੀ ਦੇ 2 ਮੈਂਬਰ ਵੀ ਹੈ ਜਿਨ੍ਹਾਂ ਨੇ ਕਿਹਾ ਹੋਵੇ ਟਰੈਵਲ ਏਜੰਟਾਂ ਤੋਂ ਪੈਸੇ ਬਣਾਓ। ਕਿ ਇੱਕ MP, ਇੱਕ MLA ਹੈ ਔਰ ਬੇੜਾ ਗਰਕ ਹੋ ਗਿਆ। ਇਹ ਤਾਂ ਸੁਖਬੀਰ ਹੋਣੀ ਸ਼ਾਮ ਨੂੰ ਇਕੱਠਾ ਲਾਉਂਦੇ ਆ ਟਰੈਵਲ ਏਜੰਟਾਂ ਨਾਲ, ਇਹਨਾਂ ਨੇ ਕੀ ਬਣਾਉਣੇ ਆ। ਔਰ ਮੈਂ ਕਹਿਣਾ ਨਹੀਂ ਚਾਹੁੰਦਾ, ਮੁਟਿਆਰਾਂ ਕੁੜੀਆਂ ਦੀ ਇੱਜ਼ਤ ਵੀ ਲੁੱਟਦੇ ਆ ਤੇ ਪਿਓ ਦੀ ਜੇਬ ਚੋਂ ਪੈਸੇ ਵੀ। ਖਤਮ ਹੋ ਗਿਆ ਪੰਜਾਬ, ਪੰਜਾਬੀ ਬੋਲੀ ਖਤਮ ਹੋ ਗਈ। ਮੈਂ ਬੇਨਤੀ ਕਰਦੇ
ਹੁਣੇ ਹੁਣੇ ਇੱਕ ਰਿਪੋर्ट आई है, मैं ही ਇਹੋ ਜਿਹਾ ਪੜ੍ਹਦਾ, ਇੱਕ ਰਿਪੋर्ट आई है कि पिछले 45 ਸਾਲਾਂ ਦਾ ਅਧਿਐਨ ਦੱਸਦਾ कि विज्ञान साइंस पढ़ने की रुचि सूबे च घटी है। सब तो वध पंजाब च रुचि घटी है कि साइंस नहीं पढ़नी, अपने मुंडे साइंस पढ़न हट गए, चिट्टा खान। मैनू तुसीं दस दो, मैं सैंटर च मिनिस्टर रहा है ते मैं सोशल वेलफेयर मिनिस्टर सी सरदार जी, मैं सोशल वेलफेयर मिनिस्टर सी। मेरे को समाज दिखाई दे ते पढ़ाई दे दोनों शिकायतां होंदियां सी। पंजाब तो शिकायत, पंजाब तो बिना किसी सूबे चों शिकायत नहीं आई भी मुंडे चिट्टा खांदे, कुड़ियां चिट्टा खांदियां। चिट्टा किहने लिआंदा? मजीठीए ने, बादल सुखवीर ने। हुण मैं बेनती करदा पर आपां की कहने, ओ तेरी सोच ते पढ़ देवांगे, ठोक के दे लो पहरे, हड्डियां मुठा बड़ी पई। हुण मैं एक बेनती करदा कि एक पिंड च 17 गुरुद्वारे, 7 गुरुद्वारे है। जथेदार साहब ये कहता 86 पार्टियां इकट्ठियां हो जाओ ताकि बादल के बच जान। जथेदार साहब तू यह क्यों नहीं कहता 7 10 गुरुद्वारे या गुरुद्वारा कर लो? कहते क्या कभी आओ तो दस दो मैनू, मैं तो काम किए। माधवी सिक्खा के गुरुद्वारे अड, रविदासीए अड। हम मैं तुझे माड़ी जी गल सुना, ये तो मुक्कनी है कि मैं तो मर्चिया पे मैं पूछा कि पिंड मरोट को ना नहीं मैं लेंदा, पर तुम सारे सच्चे सुनता जान लगे। वो कहते श्रोमणी कमेटी का गुरुद्वारा साडे पिंड है, साडी बूढ़ी वर्गी 7 भरावां दी मां ਅਸੀਂ ਲੈਣਗੇ तो कहते जी पैसे दिओ सानू महाराज दी पवित्र स्वरूप। वो कहते जी 5100 रुपया कि लगू 1100 रागिया का। उत्थे खड़े सी शरारती जे सच्चे सौदे वाले, वो कहते थोड़ा सी मुफ्ती कर देंगे, मलोटो लिया के गुटका साहब पढ़ देंगे, पूरी सीधी स्वर्ग में जाऊगी। उस मगरों ट्रालियां सच्चे सौदे ले जान लगे। अज 90% पिंड सच्चा सौदा। मैनूं दस दो कौन लड़दा? मैं एक बेनती करदा कि अज किसी ने चेक हाथ कोई पढ़ता कि एक बहुत बुरे दिन आ जाने हैं कि लीडर जेडे है हुण पीटीसी चलाते हैं। बादल पीटीसी तुसीं भी चला रहे हैं। पीटीसी उत्ते मटियारा कुआरियां कुड़ियां दे शरीरां दी मैं की लफ्ज कहां, ओहदे उत्ते उन्हां दा लीडर रविंदर रैन 3 महीने जेल कट के आया पीटीसी सुखवीर बादल का, जमानत नहीं मिली। हुण पता नहीं सारिया ने गल ही छड्ड दी, एक तो उस दूसरे पासे कर देंगे। तो मैं एक बेनती करना कि जो भी करना है प्रचार की कमी है लोगों दी। हुण तुहानूं पता है सिख रेजिमेंटां खत्म हो रही हैं, कित्थे रह गई आपां? 80 जाते राजस्थान तो 72 हिमाचल प्रदेश तो सिख रेजिमेंट में मेरे बिना एक बंदे ने भी बयान नहीं दिता। मैं ट्रिब्यून अंग्रेजी च दिता, हिंदी च दिता, अजीत च दिता कि सिख रेजिमेंट में हुण सारियां नूं कहंदे जी मिलगोभा भर्ती कर लो, सिख मुंडे भर्ती होण नहीं आउंदे। 18 सिख पंच ने 0 हो रही है, किसी ने नहीं बोलना। मैं भगवंत मान नूं चिट्ठी लिखी है। हुण मैं बेनती करदा कि मुंडे विदेश जा रहे हैं, जान दो। तो मैं जो मैं लड़े बादल है ना, मैं क्या कर 200 कॉलेज है पंजाब का, आईलेट्स वाले 12-12 लाख लुटी जाते हैं। और 200 कॉलेजों को कह दो 150 मुंडा हर कॉलेज फ्री आईलेट्स कराऊंगा, नहीं मैं लाइसेंस कैंसिल कर दे। कहते नहीं जी आप की लेना है। जे मेरी गल मान लेंदा तब 35,000 मुंडा कुड़ी हर साल फ्री आईलेट्स कर दे। जे जाना ही तो करा दो, पर नहीं सोचते। कौन सोचे? रामू वाली साहब जी हालात बड़े जी मेरा कहने का मतलब ये सी तुहाडी मैं भावना तुहाडा दर्द समझ सकदा, इत्थे बैठे NRIs भी समझते हैं। रामू वालिया साहब हालात बहुत सिखावे हैं। मानयोग प्रधानमंत्री जी हर थां हिस्सा लै रहे हैं। श्री गुरु तेग बहादुर जी का 400 प्रकाश पर्व भी मनाया गया,
फिर उत्थे अपना करतारपुर साहब लांघा भी लांघा खोलिया गया, होर कई चीज़ों पर ध्यान दे रहे हैं। सिर्फ तो सिर्फ लोड़ है आवाज़ चक्कण की। तुहाडे वर्गे बुद्धिजीवी लोग जे जाके उत्थे आवाज़ चकते हैं इन्हां गल्लां बारे, किते ना किते सुनवाई हुंदी नज़र आ रही है तुहानूं? नहीं, मैं आवाज़ चक्कण जोगा पार्लीमेंट च छड्डिया नहीं लोकां ने। मैं जिन्नियां सेवावां कीतियां, एयरपोर्ट मैं क्लीन कीते जी जी, कदे कोई लोटा ट्राई ते आओ करो, जिन्ने श्रोते सुनते हैं गुरु महाराज को हाजिर नाजर लाके क्यों मेरे बिना किसी ने एयरपोर्ट बिछाए? पंजाब दी टैक्सियां तो पैसे लुटी दे सी, मैनूं एक लीडर का नाम ले दो जिन्हें टैक्सियां की लुट बंद की, प्रवासियों की। प्रवासियों के तुहानूं पता नहीं, मैं लड़िया जो दूतावासा च एक मुंडा करनैल सिंह शेरपुरे का, उन्हें मैनूं किते गल कही, मैं मिनिस्टर बन के आया सी, कहता साडे पासपोर्ट चलावे मारते, तुसीं रिफूजी है, लाओ सरदारा में हथ बन के कहना आवे दोने। मैं 9300 बंदा जिहड़ा रिफूजी सी टारगेट जगह उत्थे रोंदा कि मिल पे मैनूं कहंदा मैं 2.5 साल की कुड़ी छड्ड के आया, 23 साल की हो गई, मैं फोटो देख के रो पैना, मैं रिफूजी हां, मैनूं जान नहीं दिंदे। 9300 बंदा रिफूजियां नूं पासपोर्ट तुहाडे जुत्तियां दी धूड़ झाड़न वाले रामू वाली ने दवाई। मैं तो वैनकूवर गया, कहता शेरपुरी करना है, कहता मेरा पासपोर्ट में लेके गया, इन्हें ऊपर क्लर्क बैठा थल्ले चलावा मारिया, मेरा जहाज सी 6 बजे बजे सी 2:30, मैं चल यार मैं वैनकूवर तो टोरंटो होना सी बच्चे रहते, मैं गया, मैं कहा आप मैं बंदा एक साढ़े को कार्ड जिहा हुंदा, मैं विखा भी देना, एक साढ़े को कार्ड जिहा हुंदा पक्का ही, ਉਹਦੇ थोड़े देश पे आ कार्ड। हाँ जी हाँ जी हाँ जी, आ कार्ड ये लोक सभा मैं लेके ऊपर चले गया कि आई है, मैं क्या आई हूँ ये छट तैं दा पासपोर्ट चलावा मारा सी नहीं होया, उधर श्रीवास्तव सी, श्रीवास्तव कितनी सर्दी सर, मैं क्या ये पासपोर्ट पौने घंटे नवा बना नहीं बना, कागज सारे ठीक है बने हुए, मैं क्या थल्ले जाके फड़ा के आ, सारे कनेडा से टोरंटो के रौला पै गया भी हैं ਅਸੀਂ ਤਾਂ ਯਾਰ ਸੀਗੀ ਲੈਣਾ, ਮੈਂ ਤੇ ਮੇਰੀ ਮਾਂ ਇਕੱਠੇ ਪੱਠੇ ਕੁਤਰਦੇ ਰਹੇ ਹਾਂ, ਮੈਂ ਲੱਕੜ ਦੇ ਪੈਡਿਆਂ ਵਾਲੇ ਸਾਈਕਲ ਤੇ ਪੜ੍ਹਨ ਜਾਂਦਾ ਰਿਹਾ, ਮੇਰੇ ਪਿਓ ਦੇ ਸਿਰ 30,000 ਕਰਜ਼ਾ ਸੀ, ਜੇ ਮੈਂ ਤੂੰਬੀ ਵਜਾ ਕੇ ਗਾਉਣ ਨਾ ਲੱਗਦਾ ਉਹਨੇ ਖੁਦਕੁਸ਼ੀ ਕਰ ਜਾਣੀ ਸੀ। ਭਾਈ ਸਾਹਿਬ ਅਸੀਂ ਮੁੱਛ ਵਾਲੇ ਸਿੱਖ ਹੈ, ਅੱਜ ਮੈਂ ਉਰਦੂ ਹਿੰਦੀ ਅੰਗਰੇਜ਼ੀ ਪੰਜਾਬੀ ਫਾਰਸੀ ਤੇ ਸੰਸਕ੍ਰਿਤ 6 ਜਮਾਤਾਂ ਪੜ੍ਹਿਆ, ਔਰ ਤੌਰਾਤ ਇੰਜੀਲ ਜ਼ਬੂਰ ਕੁਰਾਨ सारे किताबां पढ़े गुरु जी किसी को खंजर देने जी जी मेरा मतलब है मैनू कोई लोग ये गल्लां सिखाउण दी ते मैं एक बेनती करदा ला आ गल करियो, ट्रैवल एजेंट लुट के खा गए, दफ्तरां च काम नहीं हुंदा, सरकारां पुछदियां नहीं, जेडे वड्डे वड्डे बाबे है, राणे वाले बाबे, पिंडरां वाले बाबे, ढंडरियां वाले बाबे, कदे इन्हां बाबियां तो किसी बाबे ने कहा भी लोक बंद करो जी 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 गुस्सा ना करे, एक मिनट कदे ना बाबे ने क्या कि ब्याह दे उत्ते 25 लाख ना लाओ, राइट राइट इस एक मिनट ना जट अपना कहंदा सी शराब वरताउणी है, कुड़ियां तो वरताउणी है, थाल दे जो पैके पुੱਤਰ दूजी लंघदी नहीं, इसलिए ਆਪਾਂ मर जन्ने, कोई अपना समाज सुधार नहीं, कोई अपने विच फिक्र नहीं, इसलिए मैं बेनतियां करदा कि मेरा सेवक है, लीडर ਨੂੰ ਪਹਿਲਾਂ ਪੁੱਛੋ ਵੀ ਕੀ ਤੇਰੇ ਦਿਲ 'ਚ ਦਰਦ ਤੇ ਦਿਮਾਗ 'ਚ ਫਰਦ ਹੈ ਪੰਜਾਬ ਦਾ। ਜੀ ਜੀ ਆਪਾਂ ਕੰਟੀਨਿਊ ਕਰਦੇ, ਰੁਕਣਾ ਪਿਆ ਲਾਸਟ ਬ੍ਰੇਕ ਲਈ। ਦਰਸ਼ਕੋ ਸਾਡੇ ਨਾਲ ਬਣੇ ਨੇ ਬਹੁਤ ਹੀ ਮਾਣਯੋਗ ਸਰਦਾਰ ਬਲਵੰਤ ਸਿੰਘ ਰਾਮੂਵਾਲੀ, ਆਪਦੇ ਭਾਵਨਾਵਾਂ ਜ਼ਾਹਰ ਕਰ ਰਹੇ ਨੇ, ਬਹੁਤ ਅੱਛੀ ਗੱਲ ਹੈ। ਹੋਰ ਕੁਐਸਚਨ ਹੈ ਆਪਾਂ ਪੁੱਛਾਂਗੇ, ਰੁਕਣਾ ਪਿਆ ਇੱਕ ਛੋਟੀ ਜਿਹੀ ਬ੍ਰੇਕ ਲਈ ਤੇ ਬੜੇ ਰਹੋ ਜਸ ਪੰਜਾਬੀ ਤੇ। ਸਵਾਗਤ ਜੀ ਤੁਹਾਡਾ ਸਾਰਿਆਂ ਦਾ ਫਿਰ ਪ੍ਰੋਗਰਾਮ ਓਪਨ ਪਲੇਟਫਾਰਮ। ਮਾਣਯੋਗ ਸਰਦਾਰ ਬਲਵੰਤ ਸਿੰਘ ਰਾਮੂਵਾਲੀਆ ਸਾਡੇ ਨਾਲ ਬੜੇ ਹੋਏ ਨੇ, ਬੜੇ ਭਾਵੁਕ ਹੋ ਕੇ ਆਪਦੇ ਜਿਹੜੇ ਵਿਚਾਰ ਦੇ ਰਹੇ ਨੇ। ਸਰ ਆਪਣੇ ਕੋਲ ਮਿੰਟ 10 ਰਹਿ ਗਏ ਆ ਸਾਰੇ, ਮੈਂ ਇੱਕ ਕੁਐਸਚਨ ਤੁਹਾਡੇ ਤੋਂ ਜ਼ਰੂਰ ਪੁੱਛਣਾ ਚਾਹੁੰਦਾ। ਨਹੀਂ ਜੀ ਆਪਣੇ ਕੋਲ ਹੈਗੇ 10 ਮਿੰਟ, ਪਰ ਮੇਰਾ ਇੱਕ ਕੁਐਸਚਨ ਆ, ਬੜਾ ਲੋਕਾਂ ਨੇ ਸੰਗਰੂਰ ਤੋਂ ਤੁਸੀਂ ਵੀ ਇਲੈਕਸ਼ਨ ਲੜੀ ਸੀ ਮੈਨੂੰ ਪਤਾ ਆ, ਹੁਣ ਜਿਹੜੀ ਚੋਣ ਉਪ ਚੋਣ ਜਿੱਤ ਗਿਆ ਸੀ, ਇੱਕ ਵਾਰੀ ਹਾਰ ਗਿਆ ਸੀ। ਹਾਂਜੀ ਹਾਂਜੀ, ਹੁਣ ਜਿਹੜੀ ਚੋਣ ਲੜੀ ਗਈ ਹੈ ਐਮਪੀ ਸੰਗਰੂਰੋਂ ਬਣਿਆ। ਹਾਂਜੀ ਹਾਂਜੀ, ਸਿਮਰਨਜੀਤ ਸਿੰਘ ਮਾਨ ਮਾਣਯੋਗ ਨੇ, ਸਤਿਕਾਰਯੋਗ ਨੇ, ਬਜ਼ੁਰਗ ਨੇ ਨੇਤਾ, ਉਹ ਜਿਹੜੀ ਸਭ ਤੋਂ ਵੱਡੀ ਗੱਲ ਕਹੀ ਗਈ ਰਾਮੂਵਾਲੀਆ ਸਾਹਿਬ ਹੋ ਗਈ ਬੰਦੀ ਸਿੰਘਾਂ ਦੀ ਰਿਹਾਈ, ਜਿਹੜੇ ਆਪਦੀ ਸਜ਼ਾ ਭੁਗਤ ਚੁੱਕੇ ਨੇ ਤੇ ਉਹਨਾਂ ਦੀ ਰਿਹਾਈ ਨਹੀਂ ਹੋ ਰਹੀ।
ਮੇਰੇ ਖਿਆਲ ਨਹੀਂ ਇਦੋਂ ਵਧੀਆ ਟਾਈਮ ਕੋਈ ਹੋਰ ਹੋਊਗਾ ਜਦੋਂ ਪ੍ਰਾਈਮ ਮਿਨਿਸਟਰ ਹਾਊਸ ਜਾਂ ਹੋਮ ਮਿਨਿਸਟਰੀ ਕਹਿ ਰਹੀ ਹੈ ਕਿ ਲਿਸਟ ਦਿਓ, ਉਹਦੇ ਉੱਤੇ ਮੋਹਰ ਤੁਹਾਨੂੰ ਲੱਗਦਾ ਕਿ ਉਹ ਚੱਕਣਗੇ ਜਾਂ ਤੁਹਾਡੇ ਵਰਗੇ ਬੁੱਧੀਜੀਵੀ ਹੋਰ ਕੋਈ ਅੱਗੇ ਹੋਣਗੇ? ਜਵਾਬ ਦੇਣਾ ਬਹੁਤ ਸ਼ਾਬਾਸ਼ ਹੈ। ਮੈਂ ਹੁਣੇ ਆਪਣੇ ਸੈਕਟਰੀ ਨੂੰ ਕਿਹਾ ਕੋਈ ਗੱਲ ਰਹਿ ਗਈ, ਉਹ ਕਹਿੰਦਾ ਜੀ ਸਰਦਾਰ ਸਿਮਰਜੀਤ ਸਿੰਘ ਮਾਨ ਦੀ ਵਧਾਈ ਤੇ ਬੰਦੀ ਸਿੰਘਾਂ ਦੀ ਰਿਹਾਈ ਦੋਏ ਰਹਿ ਗਈ। ਮੈਂ ਉਹਨੇ ਕਹਿੰਦਾ ਆਟਿਆ ਜੀ ਮੇਰੇ ਸਾਹਮਣੇ ਮੇਰਾ ਸੈਕਟਰੀ ਜਿਹੜਾ ਬਲਜਿੰਦਰ ਸਿੰਘ, ਮੈਂ ਬੇਨਤੀ ਕਰਦਾ ਹਾਂ, ਮੈਂ ਇਸ ਗੱਲ ਤੇ ਆਉਣਾ, ਧਿਆਨ ਨਾਲ ਸੁਣਿਓ। ਬੰਦੀ ਸਿੰਘਾਂ ਦੀ ਰਿਹਾਈ ਬਾਰੇ ਜੇ ਸਭ ਤੋਂ ਕੋਈ ਗੈਰ ਸੰਜੀਦਾ ਤੇ ਸਭ ਤੋਂ ਵੱਡੀ ਰੁਕਾਵਟ ਬਣਿਆ ਤਾਂ ਉਹ ਪ੍ਰਕਾਸ਼ ਸਿੰਘ ਬਾਦਲ ਤੇ ਸੁਖਬੀਰ ਸਿੰਘ ਬਾਦਲ ਹੈ। ਮੈਂ ਮਿਸਾਲ ਦਿੰਦਾ, ਮੈਂ ਯੂਪੀ ਚ ਮੰਤਰੀ ਬਣਿਆ ਸਰਦਾਰ ਜੀ, ਨਾ ਮੈਂ ਐਮਐਲਏ ਸੀ ਨਾ ਮੈਂ ਐਮਐਲਸੀ ਦੀ, ਸਿੱਧੀ ਸਹੁੰ ਚੁੱਕ ਲਈ, ਮੇਰੀ ਲਿਹਾਜ਼ ਸੀ ਉਹ ਸ਼੍ਰੀ ਮੁਲਾਇਮ ਸਿੰਘ ਨਾਲ। ਮੈਂ 4 ਕੰਮ ਕੀਤੇ। ਇੱਕ ਸਿੱਖਾਂ ਦੀ ਪੁਲਿਸ ਚ ਭਰਤੀ ਕੀਤੀ ਯੂਪੀ ਜਾ ਕੇ, ਦੂਜਾ ਮੈਂ ਪੰਜਾਬੀ ਬੋਲੀ ਦੀ ਪੰਜਾਬੀ ਅਕੈਡਮੀ ਬਣਾਈ, ਤੀਜਾ ਮੈਂ ਸਿੱਖਾਂ ਦੀਆਂ ਜ਼ਮੀਨਾਂ ਸਰਪਲਸ ਕੱਢ ਕੇ ਹਰੇਕ ਸਾਲ ਉਹਨਾਂ ਤੋਂ ਪੈਸੇ ਖਾਂਦੇ ਸੀ ਪਟਵਾਰੀ, ਤੇ ਮੈਂ ਉਹ ਬੰਦ ਕਰਾਏ। ਤੇ ਚੌਥਾ ਮੈਂ ਵਰਿਆਮ ਸਿੰਘ ਨੂੰ ਛੱਡਿਆ, 27 ਸਾਲ ਦਾ ਜੇਲ੍ਹ ਸੀ ਬੰਦੀ ਸਿੰਘ ਜੀ, ਵਰਿਆਮ ਸਿੰਘ ਜੀ, ਤੁਹਾਨੂੰ ਪਤਾ ਕਿ ਨਹੀਂ ਮੈਂ ਛੱਡਿਆ? ਹਾਂਜੀ ਹਾਂਜੀ ਹਾਂਜੀ। ਵਰਿਆਮ ਸਿੰਘ ਉਹ ਇਹ ਨਿਮਾਣੇ ਗੁਰੂ ਗੋਬਿੰਦ ਸਿੰਘ ਦੇ ਤੇ ਸਿੱਖਾਂ ਦੇ ਪੈਰ ਝਾੜਨ ਵਾਲੇ, ਚੰਨ ਝਾੜਨ ਵਾਲੇ ਆ ਗਰੀਬ ਸਿੱਖ ਬਲਵੰਤਰ ਰਾਮ ਵਰਗੇ ਨੇ ਛੱਡਿਆ। ਜੀ ਜੀ ਜੀ, ਮੈਂ ਕਦੇ ਮੈਨੂੰ ਇਹ ਹੀ ਪੁੱਛ ਲਿਆ ਕਿਵੇਂ ਛੱਡਿਆ। ਉਹ ਤੁਹਾਨੂੰ ਜ਼ਰੂਰ ਮੈਂ ਕਹਿੰਦਾ, ਮੈਂ ਤੁਹਾਨੂੰ ਸਟੋਰੀ ਸਾਰੀ ਸੁਣਾਓ, ਤੁਹਾਡੀਆਂ ਅੱਖਾਂ ਚ ਹੰਝੂ ਆ ਜਾਣਗੇ, ਮੈਂ ਹੀ ਛੱਡ ਗਿਆ। ਚਲੋ ਹੁਣ ਆਹ ਗੱਲ ਕਰੀਏ। ਜਦੋਂ ਮੈਂ ਉਹਨੂੰ ਛੱਡਤਾ ਤੇ ਰਾਤ ਨੂੰ ਮੈਂ ਫੋਨ ਕੀਤਾ 8-9 ਵਜੇ, ਮੈਂ ਕਿਹਾ ਵੀ ਭਾਈ ਸੂਰਤ ਸਿੰਘ ਖਾਲਸੇ ਨੂੰ ਕਿ ਮੈਂ ਛੱਡਣ ਲੱਗਾ, ਉਹ ਗੁਰੂ ਦਾ ਸਿੱਖ ਹੈ ਮੈਂ ਜੇ ਸਹੁੰ ਪਾਤੀ ਤਾਂ ਮੈਨੂੰ ਪੇਸ਼ ਕਰ ਲਿਓ, ਇੱਥੇ ਤੁਹਾਡੇ ਤੇ ਕਰ ਲਿਓ ਪ੍ਰਧਾਨ ਸਾਹਿਬ ਗੁਰਲਾਲ ਸਿੰਘ ਜੀ। ਮੈਨੂੰ ਬਾਦਲ ਦੇ ਇੱਕ ਮਿਨਿਸਟਰ ਨੇ ਗਿਆਨੀ ਸੂਰਤ ਸਿੰਘ ਤੋਂ ਪੁਆਇਆ ਵੀ 3 ਮਹੀਨੇ ਰੁਕ ਨਹੀਂ ਜਾਂਦੇ, ਮਗਰ ਡੰਡੀ ਪਾ, ਮੈਂ 3 ਮਿੰਟ ਨਹੀਂ ਰੁਕਦਾ। ਮੈਂ ਛੱਡਤਾ। ਹੁਣ ਮੈਂ ਬਾਦਲ ਨੂੰ ਮਿਲ ਕੇ ਕਹਿ ਕੇ ਆਇਆ ਸੀ, ਬੰਦੀ ਸਿੰਘ ਛੱਡੋ, ਬੰਦੀ ਸਿੰਘ ਛੱਡੋ, ਬੰਦੀ ਸਿੰਘ ਛੱਡੋ, ਡਰਾਮੇ ਨਾ ਕਰੋ, ਜੇ ਛੱਡਣੇ ਆ ਜਿਵੇਂ ਮੈਂ ਵਰਿਆਮ ਤੋਂ ਛੱਡਿਆ ਸੀ, ਮੇਰੇ ਵਾਲੀ ਫਾਈਲ ਲਿਆਓ ਲਖਨਊ ਚੋਂ, 84 ਸਫ਼ਿਆਂ ਦੀ ਫਾਈਲ ਹੈ ਜਿਹੜੀ ਮੈਂ ਬਣਾਈ ਸੀ ਵਰਿਆਮ ਸਿੰਘ ਨੂੰ ਛੱਡਣ ਤੇ। 27 ਸਾਲ ਦਾ ਬੰਦਾ, ਮੈਂ ਕੱਲਾ ਉੱਥੇ ਐਮਐਲਏ, ਕੱਲਾ ਮਿਨਿਸਟਰ, ਕੋਈ ਨਾਲ ਨਹੀਂ, ਮੁੱਖ ਮੰਤਰੀ ਮੈਂ ਨਹੀਂ, ਉਪ ਮੁੱਖ ਮੰਤਰੀ ਮੈਂ ਨਹੀਂ, ਪਰ ਮੈਂ ਸਰਦਾਰ ਵਰਿਆਮ ਸਿੰਘ ਨੂੰ ਛੱਡਤਾ ਤੇ ਮੈਂ ਦੰਬੇ ਕੇ ਉਹ ਦੇ ਲਿਆ। ਲੇਕਿਨ ਮੈਨੂੰ ਤਾਂ ਕੁਹਾਇਆ ਗਿਆ ਸੀ, ਮੈਂ ਕਦੇ ਵੇਲਾ ਆਊਗਾ ਤੁਹਾਡੀ ਟੀਵੀ ਤੇ ਨਾਮ ਵੀ ਦੱਸ ਸਕੂੰ ਕਿ 3-4 ਮਹੀਨੇ ਰੁਕ ਜਾਓ। ਮੈਂ ਕਿਹਾ ਮੈਂ ਨਹੀਂ ਰੁਕਦਾ। ਇਸ ਲਈ ਜੇ ਵਰਿਆਮ ਸਿੰਘ ਨੂੰ ਛਡਾਉਣਾ, ਜੇ ਸੰਜੀਦਾ ਤੇ ਸਾਰੇ ਜਾਣੇ ਇਕੱਠੇ ਹੋ ਕੇ ਸਾਰੀਆਂ ਪਾਰਟੀਆਂ ਰਾਸ਼ਟਰਪਤੀ ਦੇ ਕੋਲ ਜਾਂਦੇ ਜਾਂ ਪ੍ਰਧਾਨ ਮੰਤਰੀ ਕੋਲ ਵੀ ਆਹ ਪਈ ਆ ਫਾਈਲ ਰਾਮੂ ਵਾਲੀ 84 ਸਫ਼ੇ ਦੀ, ਜਿਵੇਂ ਮੈਂ ਲਿਖਿਆ। ਤੁਹਾਨੂੰ ਕੀ ਪਤਾ ਗਵਰਨਰ ਨੇ ਰਿਕਾਰਡ ਲਾਤੀ ਮੇਰੇ ਛੱਡਣ ਤੇ, ਉਹ ਲਾ ਸਕਦਾ ਮੰਤਰੀ ਦੇ ਆਰਡਰਾਂ ਤੇ। ਫਿਰ ਮੈਂ ਸਾਰੀ ਸਟੋਰੀ ਸੁਣਾਈ ਔਰ ਬਚਿੱਤਰ ਨਾਟਕ ਪੜ੍ਹ ਕੇ ਸੁਣਾਇਆ, ਜਿਹੜਾ ਉਹਨੇ ਜੱਜ ਸੱਦਿਆ ਸੀ ਇਲਾਹਾਬਾਦੋਂ ਰਾਏ ਲੈਣ ਨੂੰ ਲੀਗਲ ਕਿ ਛੱਡੋ ਕਿ ਨਾ ਛੱਡੋ। ਜਦੋਂ ਮੈਂ ਸਾਰੀ ਸਟੋਰੀ ਸੁਣਾਈ, ਵੀ ਗੁਰੂ ਗੋਬਿੰਦ ਸਿੰਘ ਨੇ ਐ ਲਿਖਿਆ ਬਚਿੱਤਰ ਨਾਟਕ ਸਭ ਸਿੰਘ ਜੋ ਸਾਨੂੰ ਬਥੇਰਾ ਆਉਂਦਾ ਇਹੋ ਜਿਹਾ, ਉਹ ਮੈਂ ਸਾਰੀ ਸੁਣਾਤੀ ਪੜ੍ਹੀ ਵੀ। ਉਹ ਜੱਜ ਕਹਿੰਦਾ ਸਰਦਾਰ ਗੁਰਲਾਲ ਸਿੰਘ परमात्मा गुरु ग्रंथ साहब की सो, वो कहते जी मेरी माँ कहा करती थी कि हम 5 भाई हैं, उसका नाम है उपाध्याय, जब का नाम लेता मैं उपाध्याय। वो कहते मेरी माँ कहती से जो रामवाली जी कहते हैं कि अगर गुरु के वचन ना होते जिन्हें तक की बुद्धि खत्म हो जाती। तो मैं क्या जो ने किया जो तो जज ने उन्होंने कहता गवर्नर मैं चीज़ें खड़ी करती। मैं क्या जी मैं कहाँ जाया, मैं बाथरूम जाना तो मैं नहीं थी, मैं परे जाके खड़ गया भी मैं कल्ले छड़ जा गल कर ले। उस मगरों जज ने समझाता छड़ दे दस्तखत कर दे, सही कहता वजीर। जो मैं आया दस्तखत किए पे सी, और मेरे वाली फाइल गवर्नर के साइन है, जेडे टाटा च है उन्होंने भी 20 साल बाद लोड़ नहीं सेंट्रल गवर्नमेंट की। मैं केटीएस
ਤੋਂ ਰੱਸੀ ਤੋਂ ਰਹਿ ਆਈ ਵੀ ਨਾਲ ਮੈਂ ਕਿਤੇ ਇੱਕ ਪਾਪੜ ਵੇਲੇ ਬਿਆਨ ਨੂੰ ਛੱਡਣ ਲਈ ਜਾਂ ਮੇਰੀ ਫਾਈਲ ਆਇਓ ਤੇ ਇੱਕ ਬੰਦਾ ਰੱਖ ਕੇ ਕੋਈ ਗਵਰਨਮੈਂਟ ਮੈਨੂੰ ਰਾਮੂ ਵਾਲੀਆਂ ਨੇ ਕਿਉਂ ਸੁਪਰੀਮ ਕੋਰਟ 'ਚ ਕਰ ਦਿਓ ਕੇਸ ਮੇਰੇ ਵਾਲੀ ਫਾਈਲ ਲੈ ਕੇ ਸਾਰੇ ਰਿਹਾ ਹੋਣਗੇ ਪਰ ਕਰਦਾ ਨਹੀਂ ਕੋਈ ਵੋਟਾਂ ਦੇਣ ਨੂੰ ਕਹਿੰਦੇ ਹੁਣ ਮੈਂ ਇੱਕ ਗੱਲ ਮਾੜੀ ਜੀ ਦੱਸਣੀ ਹੈ ਉਹ ਮੈਂ ਇਹ ਦੱਸਣੀ ਹੈ ਵੀ ਬਾਦਲਾਂ ਨੇ ਢਾਡੀ ਕਮਿਸ਼ਨ ਰਾਖੀ ਗਰੰਟੀ ਸੁਣ ਲਓ ਤੁਹਾਡਾ ਵੀ ਬੇੜਾ ਗੱਲ ਕੀਤਾ ਹੈ ਜਿਹੜੇ ਟੂਰਨਾਮੈਂਟ ਹੋਇਆ ਮੁੰਡਿਆਂ ਦਾ ਚਿੱਟਾ ਖਾਦਾ ਸੀ ਪ੍ਰਿਯੰਕਾ ਚੋਪੜਾ ਗਾਉਣ ਸੱਦੀ ਉਹਨੂੰ 2 ਗਾਣਿਆਂ ਦਾ ਸਰਕਾਰੀ ਖਜ਼ਾਨੇ ਤੋਂ ਪ੍ਰਕਾਸ਼ ਸਿੰਘ ਬਾਦਲ ਤੇ ਸੁਖਬੀਰ ਬਾਦਲ ਨੇ ਪੌਣੇ 3 ਕਰੋੜ ਦਾ ਚੈੱਕ ਦਿੱਤਾ ਤੇ 10 ਦਿਨ ਰਾਗੀ ਰੁਕੀ ਕਿਹੜੇ ਰਹਿ ਗਏ ਤੇ ਜਦੋਂ ਮੈਂ ਕਿਹਾ ਜੀ ਢਾਡੀ ਟੁੱਡੀ ਰੱਖ ਲੋ ਕਿ ਨਾਲ 2 ਲੱਖ ਰੁਪਇਆ ਮਹੀਨੇ ਦੇ ਕਹਿੰਦਾ ਜੀ ਇਹਨਾਂ ਨੂੰ ਕੋਈ ਸੁਣਦਾ ਨਹੀਂ ਮੈਂ ਜਦ ਤੁਸੀਂ ਨਹੀਂ ਸੁਣਦੇ ਲੋਕ ਕਹਿੰਦੇ ਨਹੀਂ ਸੁਣਨਾ ਪਰ ਮੈਂ ਤਾਂ ਇਹ ਗੱਲਾਂ ਕਰਨੀਆਂ ਸੀ ਹੁਣ ਤਾਂ ਮੁੱਕਣੀਆਂ ਹੀ ਹੋਰ ਬਥੇਰੀਆਂ ਪਈਆਂ ਤੁਸੀਂ ਕਿਹਾ ਕਿ 10 ਮਿੰਟ ਮੈਂ ਇਹਦੇ ਉੱਤੇ ਇੱਕ ਪ੍ਰਵਾਸੀਆਂ ਨੂੰ ਬੇਨਤੀ ਕਰਦਾ ਹਾਂਜੀ ਆਪਣੇ ਕੋਲ 2-2.5 ਮਿੰਟ ਹੈਗੇ ਰਾਮੂ ਵਾਲੇ ਸਾਹਿਬ 2-2.5 ਮਿੰਟ ਹੈਗੇ ਤੁਸੀਂ ਕਰ ਲਓ ਵਾਈਂਡ ਅਪ ਕਰ ਲਓ 2-2.5 ਮਿੰਟ ਹੈਗੇ ਅੱਛਾ ਮੈਂ ਡਰਦਾ ਮੈਂ ਜਿਹੜੀ ਗੱਲ ਕਰਨੀ ਹੈ ਕਿ ਤਾਂ ਇਹ ਵੀ ਮੇਰਾ 98,727,027 ਨੰਬਰ ਤੇ ਮੇਰੇ ਸੈਕਟਰੀ ਦਾ ਨੰਬਰ ਹੈ 8693 8693 91488 ਜੀ ਮੈਂ ਇੱਕ ਬੰਦਾ ਤੇਰਾ ਹਰ ਫੋਨ ਜਵਾਬ ਦਿੰਦਾ ਪਰ ਮੇਰੀ ਕਦਰ ਨਾ ਪਈ ਜਦੋਂ ਮੈਂ ਚੋਣ ਲੜਿਆ ਇੱਕ ਪਿੰਡ ਮੈਂ 14 ਗੱਡੇ ਦਾ ਮੁੰਡੇ ਛੜਾ ਕੇ ਆਇਆ ਵਿਦੇਸ਼ਾਂ ਤੋਂ 14 ਇੱਕ ਖੰਨੇ ਵਿੱਚ 26 ਲੱਖ ਏਜੰਟਾਂ ਤੋਂ ਆਇਆ ਜਦੋਂ ਮੈਂ ਗਿਆ ਸੇਵਾ ਕਰਨ ਤੇ ਮੈਨੂੰ ਕਮਲੀ ਜੀ ਕਹਿੰਦਾ ਹੁਣ ਅਗਲੀ ਗੱਲ ਵਧੀਆ ਕਰਦੇ ਹੁੰਦੇ ਆਪਣੇ ਪਿੰਡਾਂ 'ਚ ਉਹ ਕਹਿੰਦਾ ਭਾਈ ਤੈਨੂੰ ਤਾਂ ਦੁੱਧ ਹੀ ਪਿਆਉਂਦੇ ਆ ਇਹਨਾਂ ਨੇ ਵੋਟਾਂ ਦਾ ਜਾਂ ਪੰਜਰ ਪਾਉਣੀ ਜਾਂ ਤੱਕੜੀ ਪਰ ਕਿਉਂ ਇਹਦਾ ਕਾਲਰ ਦੇ ਐਂ ਚੱਕ ਕੇ ਦੇਖ ਲੈ ਜਿਹੜੇ ਸੇਵਾ ਕਰਦੇ ਸਾਰਿਆਂ ਦੇ ਤੱਕੜੀ ਹੈ ਤੇ ਫਲ ਕੋਈ ਵੀ ਹੈ ਮੈਨੂੰ ਵੋਟਾਂ ਨਹੀਂ ਪਾਈਆਂ ਤੇ ਇੱਕ ਪਿੰਡ ਕੀ ਘਨੌਲੀ ਕਹਿਣਾ ਉੱਥੇ ਮੈਂ ਮੁੰਡੇ ਛਡਾ ਕੇ ਲਿਆਇਆ ਤੇ ਉੱਥੇ ਵੱਡੀਆਂ ਬੁੱਢੀਆਂ ਨੇ 80 ਉਮਰ ਦੀਆਂ ਮਾਵਾਂ ਨੇ ਮੈਨੂੰ ਲੱਕੜੀ ਪਾਈ ਜਦੋਂ ਮੈਂ ਸੀ 14-15 ਸਾਲ ਦਾ ਉਦੋਂ ਆਪਣੀਆਂ ਸਾਡੀ ਮੇਰੇ ਹਾਣ ਦੇ ਜਿਹੜੇ ਸੁਣਦੇ ਆ ਉਹ ਸਿਰਫ ਕੁੜਤੀ ਪਾਉਂਦੀਆਂ ਸੀ ਉਹ ਵੀ ਸਰੀਰ ਤੇ ਅਗਨੀ ਸੀ ਕੱਪੜਾ ਪਾਉਂਦੀਆਂ ਉਹਨਾਂ ਦੇ ਪਸੀਨੇ 'ਚ ਖੁਸ਼ਬੂ ਹੁੰਦੀ ਸੀ ਜੀ ਮੇਰੀ ਮਾਂ ਦੇ ਉਹ ਖੁਸ਼ਬੂ ਹੁੰਦੀ ਸੀ ਜਦੋਂ ਮੈਂ ਤੇਰਾ ਮੁੰਡੇ ਉਹਨਾਂ ਮਾਈਆਂ ਨੇ ਜਦੋਂ ਲੱਕੜੀ ਪਾਈ ਮੈਨੂੰ ਮੇਰੀ ਬੜੀ ਵੀ ਮਾਂ ਦੀ ਖੁਸ਼ਬੂ ਉਹਨਾਂ ਦੇ ਜਿਹੜਾ ਜੋ ਆਈ ਮੈਂ ਕਿਹਾ ਬੇਬੇ ਮੇਰਾ ਤਾਂ ਗਿਆ ਤੁਸੀਂ ਖੁਸ਼ਬੂ ਦੇਤੀ ਮੈਨੂੰ ਮਾਂ ਦੀ ਤੇ ਮੈਂ ਬੱਤੇ ਛਡਾ ਤੇ ਪਰ ਜਦੋਂ ਵੋਟਾਂ ਪਈਆਂ 3600 ਵੋਟ ਤੇ ਮੈਨੂੰ 118 ਮਿਲੀ ਤੇ ਹਰਜੀਤ ਸਿੰਘ ਸੱਜਣ ਨੇ ਇੱਕ ਬਿਆਨ ਦਿੱਤਾ ਕਿ ਪੰਜਾਬ ਦੇ ਲੋਕ ਤੇ ਸਿੱਖ ਵੋਟਾਂ ਰਾਹੀਂ ਭਲਾ ਨਹੀਂ ਕਰ ਸਕਦੇ ਸਿੱਖਾਂ ਨੂੰ ਕਹਿੰਦਾ ਮੈਂ ਉਹਨੂੰ ਪੁੱਛਿਆ ਕਿਉਂ ਕਹਿੰਦਾ ਜਿੰਨੇ ਕਮਲੇ ਹੋ ਕੇ ਇਹ ਵੋਟ ਪਾਉਂਦੇ ਆ ਵੋਟਾਂ ਵੇਲੇ ਇੰਨਾ ਦੁਨੀਆ 'ਚ ਕੋਈ ਕੌਮ ਪਾਉਂਦੀ ਨਹੀਂ ਐਤਕੀ ਇਹਨਾਂ ਨੂੰ ਪਾਰਟੀਆਂ ਕੇਜਰੀਵਾਲ ਹੋਰਾਂ ਨੂੰ ਉਹ ਵੀ ਇਹਨਾਂ ਨੂੰ ਨਹੀਂ ਪਾਈਆਂ ਮੈਂ ਕਹਿ ਕੇ ਆਇਆ ਭਗਵੰਤ ਨੂੰ ਵੀ ਤੁਹਾਨੂੰ ਨਹੀਂ ਪਾਈਆਂ ਬਾਦਲਾਂ ਦੀਆਂ ਤੇ ਅਮਰਿੰਦਰ ਦੀਆਂ ਤੇ ਕਾਂਗਰਸੀਆਂ ਦੀਆਂ ਖੜਵਾਸਤੀਆਂ ਮਾਸਤੀਆਂ ਦੇ ਦੀਆਂ ਛੜਾ ਮਾਰਦੇ ਆ ਉਹਨਾਂ ਦੇ ਢੂਹੇ 'ਚ ਡਾਂਗ ਮਾਰੀ ਆ ਤੁਹਾਨੂੰ ਨਹੀਂ ਪਾਈਆਂ ਉਹਨਾਂ ਨੂੰ ਪਤਾ ਹੈ ਜੀ ਰਾਮੂ ਵਾਲੀਆ ਸਰ ਬਹੁਤ ਚੀਜ਼ਾਂ ਨੇ ਮੈਂ ਤੁਹਾਡੀ ਭਾਵਨਾ ਦੀ ਕਦਰ ਕਰਦਾ ਤੁਸੀਂ ਭਾਵੁਕ ਹੋ ਗਏ ਤਾਂ ਕਦਰ ਕਰਦਾ ਹਾਂਜੀ ਕਦਰ ਕਰਦਾ ਆਪਣੇ ਕੋਲ ਵਕਤ ਇਜਾਜ਼ਤ ਨਹੀਂ ਦੇ ਰਿਹਾ ਨਹੀਂ ਤਾਂ ਮੈਂ ਤਾਂ ਮੁੱਦੇ ਤਾਂ ਹੋਰ ਵੀ ਸੀਗੇ ਮੱਤੇ ਵਾਲਾ ਜੰਗਲ ਦੇ ਬਾਰੇ ਮੇਰੇ ਕੋਲ ਕੁਐਸਚਨ ਹੈ ਤੁਹਾਡੇ ਕੋਲ ਪਰ ਮੈਂ ਕਿਸ ਦਿਨ ਫੇਰ ਮੈਂ ਕਈ ਗੱਲਾਂ ਦੱਸਣੀਆਂ ਜੰਗਲ ਬਾਰੇ ਵੀ ਦੱਸਣੀ ਹੈ ਮੈਂ ਤਾਂ ਡੈਰੀ ਲੈ ਕੇ ਆ ਦੇਖੋ ਹਾਂਜੀ ਰਾਮੂ ਵਾਲੀਆ ਸਾਹਿਬ ਚੱਲਦਾ ਕਿਉਂਕਿ ਜੱਸ ਪੰਜਾਬੀ ਦੀ ਮਸ਼ਹੂਰੀ ਵਾਲੀ ਹੈ ਭਾਈ ਪੁੱਛੋ ਮੇਰੇ ਸੈਕਟਰੀ ਨੂੰ ਜੀ ਸ਼ੁਕਰੀਆ ਉਸ ਪਰਮਪਿਤਾ ਪਰਮਾਤਮਾ ਦਾ ਤੇ ਤੁਹਾਡਾ ਮਾਣ ਹੈ ਜੀ ਹਾਂਜੀ ਤੁਹਾਡਾ ਆਸ਼ੀਰਵਾਦ ਹੈ ਰਾਮੂ ਵਾਲੀਆ ਸਾਹਿਬ ਕਿਸੇ ਦਿਨ ਤੁਹਾਨੂੰ ਫਿਰ ਛੇਤੀ ਲੈ ਕੇ ਆਉਂਗਾ ਬਾਕੀ ਦੇ ਆਪਾਂ ਮੁੱਦੇ ਜ਼ਰੂਰ ਵਿਚਾਰਾਂਗੇ ਅੱਜ ਵਕਤ ਇਜਾਜ਼ਤ ਨਹੀਂ ਕੋਈ ਸਰੋਤਾ ਸੱਜਣੋ ਕੋਈ ਸੇਵਾ ਹੋਵੇ ਮੈਂ ਤੁਹਾਡੇ ਚਰਨਾਂ ਦੀ ਧੂੜ ਹੈ ਸਾਰੀ ਉਮਰ ਕੀਤੀ ਹੈ ਗੱਲ ਕਰਾਂਗੇ ਟਰੱਕ ਟੈਕਸੀਆਂ ਮੈਂ ਬਚਾਏ ਬਥੇਰਾ ਕੁਝ ਕੀਤਾ ਲੇਕਿਨ ਕਿਰਪਾ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਜੀ ਖਾਲਸਾ ਵਾਹਿਗੁਰੂ ਜੀ
ਕੀ ਫਤਿਹ। ਦਰਸ਼ਕ ਸਰਦਾਰ ਬਲਵੰਤ ਸਿੰਘ ਰਾਮੂਵਾਲੀਆ ਭਾਵੁਕ ਹੋ ਕੇ ਉਹਨਾਂ ਨੇ ਆਪਣੇ ਵਿਚਾਰ ਰੱਖੇ। ਵਕਤ ਇਜਾਜ਼ਤ ਨਹੀਂ ਦੇ ਰਿਹਾ, ਨਹੀਂ ਤਾਂ ਆਪਾਂ ਹੋਰ ਅੱਗੇ ਵਧਣਾ ਸੀਗਾ। ਅੱਜ ਦਾ ਪ੍ਰੋਗਰਾਮ ਇੱਥੋਂ ਤੱਕ ਹੀ ਸੀ। ਮੈਨੂੰ ਗੁਰਲਾਲ ਨੂੰ ਦਿਓ ਇਜਾਜ਼ਤ। ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।